सो हेलो स्टूडेंट्स, कैसे हैं आप लोग। आई होप कि आप सब लोग ठीक होंगे। हमारा आज का टॉपिक है हमारे जनरल इंग्लिश सब्जेक्ट की जो लास्ट पोइम है, ऑन हिज ब्लाइंडनेस। आज हम वो करेंगे जो कि जॉन मिल्टन के द्वारा लिखी हुई है। ठीक है, तो ये जो सारा है हमारे जो राइटर हैं, जो पोएट हैं जिन्होंने लिखी हुई, उनके बारे में उनकी सारी जो बायोग्राफी है। ठीक है, अब मैं आपको इंट्रोडक्शन करवाती हूँ पोइम के साथ। ठीक है, ये इसमें इंग्लिश और पंजाबी दोनों में है, तो मैं आपको पंजाबी लैंग्वेज में एक्सप्लेन कर देती हूँ बिकॉज आई नो पंजाबी। सो बेसिकली ਇਹ जो पोइम हैगी है जिस विच जो कवि ने साडे जॉन मिल्टन ने वो एक अन्य व्यक्ति ने, ठीक है, जिन्हों ने अपनी भावनावां नूं जाहिर करता है। ठीक है, शुरू विच जो भी जो साडे पोएट है वो सोचते ने कि अगर आपां शुरू विच पढ़ांगे, अगर इनू डिटेल विच मैं तुहानूं इहदी इंट्रोडक्शन विच दवांगी, तो जो साडे जिहड़े पोएट ने वो सोचते हैं कि वो परमात्मा की सेवा किसी भी तरीके नाल नहीं कर सकते क्योंकि वो ब्लाइंड ने, अंधे ने। ठीक है, कि मैं तो कुछ देख ही नहीं सकता, मैं भला परमात्मा की सेवा किवें कर सकदा, जो कि अंधा है। ठीक है, कि वो सोचता है कि मैं परमात्मा की सेवा किवें कर सकता। ठीक है, कि उसकी तो जो अखां की रोशनी है चली गई है। सो किसी भी पक्षों जो है परमात्मा की सेवा किसी भी हद तक जो है नहीं कर सकता है। ठीक है, पर वो फिर भी जो है परमात्मा की जो इच्छा है, क्योंकि परमात्मा की इच्छा के मुताबिक ही सब कुछ हो रहा है ਅਤੇ ਉਹਨਾਂ ਦੀ ਇੱਛਾ ਦੇ ਨਾਲ ਹੀ ਉਹ ਅੰਧਾ ਹੈ, ਪਰ ਉਹ ਫਿਰ ਵੀ ਜੋ ਹੈ ਉਹਨਾਂ ਦੀ ਇੱਛਾ ਦੇ ਨਾਲ ਹੀ ਸਾਰੇ ਕੰਮ ਕਰਨ ਦੀ ਇੱਛਾ ਰੱਖਦਾ ਹੈ। ਠੀਕ ਹੈ, ਕਵਿਤਾ ਜੋ ਹੈ ਮਿਲਟਨ ਦੇ ਜੋ ਇੱਕ ਪੂਰਾ ਦਾ ਪੂਰਾ ਜੋ ਉਹਦਾ ਵਿਸ਼ਵਾਸ ਹੈ, ਜੋ ਉਹ ਬਿਲੀਵ ਕਰਦਾ ਵਾ ਗੋਡ ਤੇ, ਉਹ ਦਰਸਾਇਆ ਹੈ। ਠੀਕ ਹੈ, ਕਿ ਸਾਡੀ ਜ਼ਿੰਦਗੀ 'ਚ ਵੀ ਅਸੀਂ ਦੇਖਦੇ ਹਾਂ ਕਿ ਜੋ ਵੀ ਹੈ ਸਾਨੂੰ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ, ਚਾਹੇ ਉਹਨੇ ਸਾਨੂੰ ਜਿੱਦਾਂ ਦਾ ਵੀ ਬਣਾਇਆ ਹੋਵੇ। ਸਾਨੂੰ ਮਤਲਬ ਇੱਦਾਂ ਨਹੀਂ ਕਹਿਣਾ ਚਾਹੀਦਾ ਕਿ ਸਾਡੇ ਕੋਲ ਇਹ ਹੈ ਨਹੀਂ, ਅਸੀਂ ਜੋ ਵੀ ਹੈ ਸਾਨੂੰ ਉਹਨੂੰ ਦੁਤਕਾਰਨਾ ਨਹੀਂ ਚਾਹੀਦਾ, ਸਾਨੂੰ ਉਹਨੂੰ ਐਕਸੈਪਟ ਕਰਨਾ ਚਾਹੀਦਾ ਵਾ। ਠੀਕ ਹੈ, ਅਸੀਂ ਕਿੰਨੇ ਸਾਰੇ ਲੋਕ ਦੇਖਦੇ ਹਾਂ ਕਿ ਜੋ ਉਹਨਾਂ ਕੋਲ ਹੁੰਦਾ ਵੀ ਹੈ ਉਹ ਉਸਨੂੰ ਨਹੀਂ ਮੰਨਦੇ। ਉਹ ਫਿਰ ਵੀ ਕਹਿੰਦੇ ਨੇ ਕਿ ਨਹੀਂ, ਸਾਡੇ ਕੋਲ ਇਸ ਤੋਂ ਵੱਧ ਕੇ ਕੁਝ ਜ਼ਿਆਦਾ ਹੋਵੇ, ਅਮੀਰ ਹੋਰ ਅਮੀਰ ਹੋਣਾ ਚਾਹੀਦਾ ਹੈ। ਠੀਕ ਹੈ, ਗਰੀਬ ਨੂੰ ਤਾਂ ਇਸ ਚੀਜ਼ ਦੀ ਲਾਲਸਾ ਹੁੰਦੀ ਹੈ, ਪਰ ਅਮੀਰ ਵੀ ਨੇ ਜੋ ਕਿ ਐਗਜ਼ੈਕਟ ਨੇ ਕਿ ਹਾਂ ਕਿ ਉਹ ਇੰਨੇ ਤੱਕ ਆਪਣਾ ਗੁਜ਼ਾਰਾ ਕਰ ਸਕਦੇ ਨੇ, ਬਟ ਉਹ ਹੋਰ ਅਮੀਰ ਹੋਣਾ ਚਾਹੀਦੇ, ਪਰ ਉਹ ਇੱਕ ਘੜੀ ਪਲ ਵੀ ਨਹੀਂ ਸੋਚਦੇ ਕਿ ਸਾਡੇ ਕੋਲ ਉਹਨਾਂ ਜੋਗਾ ਤੇ ਹੈ ਜੋ ਕਿ ਕਈਆਂ ਕੋ ਨਹੀਂ ਹੈ। ਠੀਕ ਹੈ, ਇਹ ਚੀਜ਼ ਇਹ ਡਿਸਕਰਾਈਬ ਕਰਦੀ ਹੈ ਕਿ ਜੋ ਵੀ ਹੈ ਸਾਨੂੰ ਐਕਸੈਪਟ ਕਰਨਾ ਚਾਹੀਦਾ ਖੁੱਲ੍ਹੇ ਦਿਲ ਨਾਲ, ਖੁਸ਼ੀ ਦੇ ਨਾਲ, ਇੱਕ ਸਮਰਪਣ ਦੇ ਭਾਵ ਦੇ ਨਾਲ ਸਾਨੂੰ ਇਸ ਚੀਜ਼ ਨੂੰ ਐਕਸੈਪਟ ਕਰਨਾ ਚਾਹੀਦਾ ਕਿ ਸਾਨੂੰ ਪਰਮਾਤਮਾ ਨੇ ਜਿਵੇਂ ਦਾ ਵੀ ਬਣਾਇਆ ਹੈ ਸਾਨੂੰ ਖੁਸ਼ ਰਹਿਣਾ ਚਾਹੀਦਾ ਵਾ। ਇਹ ਚੀਜ਼ ਹੈ ਮੇਨ ਇਸ ਵਿੱਚ। ਹੁਣ ਆਪਾਂ ਬਰੀਫ ਵਿੱਚ ਗੱਲ ਕਰਾਂਗੇ ਪੋਇਮ ਦੀ। ਸੋ ਇਹ ਸਾਡਾ ਫਸਟ ਪੈਰਾ ਹੈ। When I consider how my light is spent, ere half my days in this dark world and wide, and that one talent which is death to hide, lodged with me useless, though my soul more bent। इन जो लाइन्स ने इन्हां विच जो है जो साडे कवि ने, जो साडे पोएट ने, वो अपनी अखां दी रोशनी दे जान दे दुख नूं दर्शांदे पे ने। ठीक है, कि उन्होंने अपना जो टाइम है वो किवें बतीत किया। ठीक है, कि वो सोचते ने कि मैं अंधा होने तो पहला किवें मैं अपना टाइम बतीत किया सी ते हुण अगे मैं किस तरीके नाल करना वा, क्योंकि हुण जो उन्हां दी जिंदगी है वो अंधेरे विच ही भरी हुई है। वो बिल्कुल पूरे दे पूरे हैल्पलैस हैगे सीगे। ठीक है, बेवस हो चुके सीगे, बेचैन हो चुके सीगे, पर ਗੋਡ ਨੇ ਉਹਨਾਂ ਨੂੰ ਗਿਫਟ ਦਿੱਤਾ ਹੋਇਆ ਸੀ ਕਵਿਤਾਵਾਂ ਲਿਖਣ ਦਾ। ਜਿੱਦਾਂ ਕਿ ਪਰਮਾਤਮਾ ਨੇ ਹਰ ਕਿਸੇ ਨੂੰ ਕਿਸੇ ਨਾ ਕਿਸੇ ਤਰੀਕੇ ਦਾ ਟੈਲੈਂਟ ਦਿੱਤਾ ਹੋਇਆ ਹੈ, ਉਸੇ ਤਰੀਕੇ ਨਾਲ ਜੌਨ ਮਿਲਟਨ ਨੂੰ ਵੀ ਪੋਇਟਰੀਜ਼ ਲਿਖਣ ਦਾ ਗਿਫਟ ਜੋ ਹੈ ਟੈਲੈਂਟ ਮਿਲਿਆ ਹੋਇਆ ਸੀ। ਉਹਨੂੰ ਪੋਇਟਰੀ ਬਹੁਤ ਸੋਹਣੀ ਲਿਖ ਲੈਂਦੇ ਸੀਗੇ। ਠੀਕ ਹੈ, ਉਹ ਮਹਿਸੂਸ ਕਰਦੇ ਆ ਕਿ ਮੈਂ ਮਤਲਬ ਅੰਧਾ ਹੈ ਤੇ ਮੈਂ ਮਤਲਬ ਉਹ ਉਹਨਾਂ ਦੀ ਥਿੰਕਿੰਗ ਇੱਦਾਂ ਦੀ। ਇੱਥੇ ਤੁਸੀਂ ਪੋਇਟ ਦੀ ਥਿੰਕਿੰਗ ਦੇਖੋਗੇ ਕਿ ਮੈਂ ਹੁਣ ਇੱਕ ਅੰਧਾ ਵਿਅਕਤੀ, ਮੈਂ ਕੁਛ ਨਹੀਂ ਕਰ ਸਕਦਾ, ਪਰ ਉਹਨਾਂ ਨੂੰ ਪਤਾ ਵਾ ਕਿ ਮੇਰੇ ਅੰਦਰ ਇੱਕ ਟੈਲੈਂਟ ਹੈ ਕਿ ਮੈਂ ਪੋਇਟਰੀ ਸੋਹਣੀ ਲਿਖ ਸਕਦਾ ਵਾਂ,
ਪਰ ਉਹ ਇਹ ਵੀ ਚੀਜ਼ ਸੋਚਦੇ ਆ ਕਿ ਜੇਕਰ ਮੈਂ ਆਪਣੇ ਟੈਲੈਂਟ ਦਾ, ਆਪਣੇ ਗੁਣ ਦਾ ਯੂਜ਼ ਨਹੀਂ ਕਰਾਂਗਾ ਤਾਂ ਪਰਮਾਤਮਾ ਮੇਰੇ ਤੋਂ ਰੁੱਸ ਜਾਣਗੇ। ਉਹਨਾਂ ਦੀ ਥਿੰਕਿੰਗ ਇਹ ਵਾ ਕਿ ਜੇਕਰ ਕਿਸੇ ਬੰਦੇ ਨੂੰ ਪਰਮਾਤਮਾ ਨੇ ਕੋਈ ਕਿਸੇ ਗੁਣ ਦੀ ਬਖਸ਼ ਦਿੱਤੀ ਹੋਈ ਆ, ਜਾਂ ਕਿਸੇ ਨੂੰ ਕੋਈ ਟੈਲੈਂਟ ਬਖਸ਼ਿਆ ਹੋਇਆ ਹੈ, ਕਿਸੇ ਨੂੰ ਸਿੰਗਿੰਗ ਦਾ, ਕਿਸੇ ਨੂੰ ਡਾਂਸਿੰਗ ਦਾ, ਕਿਸੇ ਨੂੰ ਆਰਟ ਦਾ, ਕਿਸੇ ਨੂੰ ਡਰਾਇੰਗ ਦਾ, ਅਤੇ ਜੇਕਰ ਉਹ ਆਪਣੀ ਕਲਾ ਦਾ ਯੂਜ਼ ਨਹੀਂ ਕਰਦਾ, ਆਪਣੇ ਆਰਟ ਦਾ, ਅਤੇ ਪਰਮਾਤਮਾ ਉਸ ਤੋਂ ਨਾਰਾਜ਼ ਹੋ ਜਾਣਗੇ। ਇਹ ਜੋ ਥਿੰਕਿੰਗ ਹੈ ਪੋਇਟ ਦੀ ਆ, ਠੀਕ ਹੈ। ਉਹ ਇਸ ਕਰਕੇ ਥੋੜ੍ਹਾ ਸੈਡ ਫੀਲ ਕਰਨ ਲੱਗ ਪੈਂਦਾ ਕਿ ਮੈਂ ਪਰਮਾਤਮਾ ਦੀ ਕਿਸੇ ਵੀ ਤਰੀਕੇ ਦੇ ਨਾਲ ਮਤਲਬ ਉਹਨਾਂ ਦੀ ਸਰਵਿਸ ਹੀ ਨਹੀਂ ਕਰ ਸਕਦਾ। ਪਰ ਫਿਰ ਵੀ ਜੋ ਹੈ ਉਹ ਪਰਮਾਤਮਾ ਦੇ ਵਿੱਚ ਇੱਕ ਵਿਸ਼ਵਾਸ ਰੱਖਦੇ ਹੋਏ ਫਿਰ ਵੀ ਉਹਨਾਂ ਦੇ ਪ੍ਰਤੀ ਕੰਮ ਕਰਨਾ ਚਾਹੁੰਦਾ ਹੈ, ਠੀਕ ਹੈ। ਅਤੇ ਉਹ ਰੱਬ ਦੀ ਸੇਵਾ ਦੇ ਵਿੱਚ, ਕਿਉਂਕਿ ਉਹ ਕਵਿਤਾ ਲਿਖ ਸਕਦਾ ਹੈ, ਉਹ ਰਿਲੀਜੀਅਸ ਪੋਇਟਰੀ ਲਿਖਣਾ ਚਾਹੁੰਦਾ ਹੈ, ਠੀਕ ਹੈ। ਸੋ ਹੁਣ ਆਪਾਂ ਨੈਕਸਟ ਪੈਰੇ ਦੀ ਗੱਲ ਕਰਦੇ ਹਾਂ। ਟੂ ਸਰਵ there with my maker and present my true account lest he returning chide doth God exact day labor light denied I fondly ask। ਹੁਣ ਇਸ ਵਿੱਚ ਜੋ ਹੈ, ਜੋ ਸਾਡੇ ਕਵੀ ਨੇ ਉਹ ਆਪਣੀਆਂ ਜੋ ਵੀ ਉਹਨਾਂ ਦੇ ਵਿਚਾਰ ਨੇ ਉਹ ਰੱਬ ਅੱਗੇ ਪੇਸ਼ ਕਰਦੇ ਨੇ, ਪਰਮਾਤਮਾ ਦੇ ਅੱਗੇ ਪੇਸ਼ ਕਰਦੇ ਸੀ, ਕਿਉਂਕਿ ਉਹਨਾਂ ਨੂੰ ਤਾਂ ਇਸ ਚੀਜ਼ ਦਾ ਡਰ ਸੀਗਾ ਕਿ ਜੇਕਰ ਉਹ ਪਰਮਾਤਮਾ ਦੀ ਦਿੱਤੀ ਹੋਈ ਚੀਜ਼ ਨੂੰ, ਦਿੱਤੀ ਹੋਈ ਗੁਣ ਨੂੰ, ਟੈਲੈਂਟ ਨੂੰ ਯੂਜ਼ ਨਹੀਂ ਕਰਨਗੇ ਤਾਂ ਉਹਨਾਂ ਨੂੰ ਸਜ਼ਾ ਮਿਲੇਗੀ। ਈਵਨ ਕਿ ਉਹ ਪਰਮਾਤਮਾ ਨੂੰ ਚੰਗੇ ਵੀ ਨਹੀਂ ਲੱਗਣਗੇ, ਕਿਉਂਕਿ ਉਹਨਾਂ ਦਾ ਪਰਮਾਤਮਾ ਦੇ ਵਿੱਚ ਅਟੂਟ ਵਿਸ਼ਵਾਸ ਸੀ। ਦੈਟਸ ਵਾਈ ਉਹ ਚਾਹੁੰਦੇ ਸੀਗੇ ਕਿ ਜੋ ਮੇਰਾ ਪਰਮਾਤਮਾ ਹੈ ਮੇਰੇ ਤੋਂ ਨਾਰਾਜ਼ ਨਾ ਹੋਵੇ, ਠੀਕ ਹੈ। ਇਸੇ ਕਰਕੇ ਮਿਲਟਨ ਇਸ ਚੀਜ਼ ਬਾਰੇ ਸੋਚਦੇ ਆ ਕਿ ਮੈਂ ਕਿਵੇਂ ਕਰ ਸਕਦਾ ਹਾਂ। ਪਰ ਉਹਨਾਂ ਵਿੱਚ ਟੈਲੈਂਟ ਸੀਗਾ ਕਿ ਉਹ ਕਵਿਤਾਵਾਂ ਬੜੀ ਸੋਹਣੀ ਲਿਖ ਸਕਦੇ ਆ, ਪਰ ਇਹਦੇ ਵਿੱਚ ਉਹ ਸੋਚਦੇ ਆ ਕਿ ਮੇਰਾ ਵੀ ਕੋਈ ਕਸੂਰ ਨਹੀਂ ਹੈ। ਪੋਇਟ ਸੋਚਦਾ ਹੈ, ਦੇਖੋ, ਕਿ ਮੇਰਾ ਵੀ ਕੋਈ ਕਸੂਰ ਨਹੀਂ ਹੈ, ਕਿ ਮੈਂ ਅੰਨਾ ਵਾਂ, ਠੀਕ ਹੈ, ਕਿ ਮੈਂ ਅੰਨਾ ਵਾਂ, ਮੈਨੂੰ ਕੁਝ ਨਹੀਂ ਦਿਖਦਾ। ਅਤੇ ਜੇਕਰ ਮੈਂ ਅੰਨਾ ਹਾਂ ਤਾਂ ਮੈਂ ਆਪਣੀ ਪ੍ਰਤਿਭਾ ਦਾ ਪ੍ਰਯੋਗ ਕਿਸ ਪ੍ਰਕਾਰ ਕਰ ਸਕਦਾ ਵਾਂ, ਕਿਸ ਤਰ੍ਹਾਂ ਕਰ ਸਕਦਾ ਵਾਂ, ਠੀਕ ਹੈ। ਕਿ ਮੈਂ ਮਤਲਬ ਕਿਵੇਂ ਆਪਣੀ, ਕਿ ਇੱਕ ਤਾਂ ਮੇਰੇ 'ਚ ਟੈਲੈਂਟ ਵੀ ਹੈ ਅਤੇ ਪਰ ਮੈਂ ਕਿਸੇ ਪੱਖੋਂ ਠੀਕ ਵੀ ਨਹੀਂ ਹਾਂ, ਠੀਕ ਹੈ, ਕਿਸੇ ਪੱਖੋਂ ਮੇਰੇ 'ਚ ਕਮੀ ਵੀ ਹੈ, ਅਤੇ ਮੈਂ ਆਪਣੇ ਟੈਲੈਂਟ ਨੂੰ ਯੂਜ਼ ਕਿਵੇਂ ਕਰ ਸਕਦਾ ਹਾਂ। ਪਰ ਜੋ ਹੁਣ ਦੇਖੋ ਆਪਾਂ ਪੋਇਟ ਦੀ ਥਿੰਕਿੰਗ ਨੂੰ ਦੇਖਾਂਗੇ ਕਿ ਉਹ ਪਰਮਾਤਮਾ ਦੇ ਅੱਗੇ ਕੁਐਸਚਨ ਕਰਦਾ ਹੈ ਕਿ ਪਰਮਾਤਮਾ ਨੂੰ ਪੁੱਛਦਾ ਹੈ ਕਿ ਤੁਸੀਂ ਮੈਨੂੰ ਕਿਵੇਂ ਮਤਲਬ ਉਮੀਦ ਕਰ ਸਕਦੇ ਹੋ ਮੇਰੇ ਤੋਂ, ਕਿ ਤੁਸੀਂ ਤਾਂ ਇੱਕ ਮੈਨੂੰ ਅੰਨਾ ਬਣਾਇਆ ਹੋਇਆ ਹੈ, ਠੀਕ ਹੈ, ਅੰਨਾ ਬਣਾਇਆ ਹੋਇਆ ਹੈ, ਔਰ ਉਸ ਤੋਂ ਬਾਅਦ ਤੁਸੀਂ ਮੇਰੇ ਤੋਂ ਉਮੀਦ ਕਰਦੇ ਹੋ ਕਿ ਮੈਂ ਉਸ ਤਰੀਕੇ ਨਾਲ ਕੰਮ ਕਰਾਂ ਜਿਵੇਂ ਕਿ ਆਮ ਲੋਕ ਕਰਦੇ ਨੇ, ਕਿ ਮੈਂ ਭਲਾ ਉਹ ਕੰਮ ਕਿਵੇਂ ਕਰ ਸਕਦਾ ਹਾਂ। ਇਹ ਜੋ ਸਾਰੀ ਥਿੰਕਿੰਗ ਹੈ ਪੋਇਟ ਦੀ ਹੈ, ਠੀਕ ਹੈ। ਬਟ ਪੇਸ਼ੈਂਸ ਟੂ ਪ੍ਰੀਵੈਂਟ that murmur soon replies God doth need either man's work or his own gift, who best bear his mild yet yoke they serve him the best, ਠੀਕ ਹੈ। ਇਹ ਲਾਈਨਸ ਦੇ ਵਿੱਚ ਹੀ ਸਾਰਾ ਆਨਸਰ ਮਿਲ ਗਿਆ ਜੋ ਉਹ ਪਰਮਾਤਮਾ ਨੂੰ ਕੁਐਸਚਨ ਕਰਦੇ ਨੇ। ਇਹਨਾਂ ਲਾਈਨਾਂ ਦੇ ਵਿੱਚ ਜੋ ਹੈ ਕਵੀ ਜੋ ਹੈ ਬੜੇ ਮਤਲਬ ਤੱਖ ਪ੍ਰਤੱਖ ਕਰਕੇ, ਮਤਲਬ ਬੜੇ ਸੋਚ ਵਿਚਾਰ ਨਾਲ ਪਰਮਾਤਮਾ ਨੂੰ ਕੁਐਸਚਨ ਕਰਦਾ ਹੈ ਕਿ ਕਿਵੇਂ, ਕਿ ਇੱਕ ਤਾਂ ਮੈਂ ਅੰਧਾ ਵਾਂ, ਦੂਸਰੇ ਪ੍ਰਤੀ ਤੁਸੀਂ ਮੇਰੇ ਤੋਂ ਇੰਨੀ ਮਤਲਬ ਮੇਰੇ 'ਚ ਗੁਣ ਹੈ ਅਤੇ ਤੁਸੀਂ ਮੇਰੇ ਤੋਂ ਮੰਗ ਕਰਦੇ ਹੋ ਕਿ ਮੈਂ ਤੁਹਾਡੇ ਲਈ ਇਹ ਕੰਮ ਕਰਾਂ, ਮਤਲਬ ਕਿ ਉਮੀਦ ਕਰਦੇ ਹੋ ਕਿ ਮੈਂ ਸਰਵਿਸ ਕਰਾਂ, ਠੀਕ ਹੈ, ਪਰਮਾਤਮਾ ਦੇ ਲਈ। ਪਰ ਉਹ ਵਿੱਚ ਇਹ ਵੀ ਸੋਚਦਾ, ਉਹਦੀ ਥਿੰਕਿੰਗ ਇਹ ਵਾ ਕਿ ਪਰਮਾਤਮਾ ਨੂੰ ਕੋਈ ਮਤਲਬ ਅਧਿਕਾਰ ਹੀ ਨਹੀਂ ਆ, ਕਿ ਇੱਕ ਤਾਂ ਉਸਨੇ ਹੀ ਉਹਨੂੰ ਅੰਨਾ ਬਣਾਇਆ ਹੋਇਆ ਹੈ ਅਤੇ ਉਸਨੇ ਹੀ ਉਹਨੂੰ ਗੁਣ ਵੀ ਪ੍ਰਦਾਨ ਕੀਤਾ ਹੈ, ਅਤੇ ਇਸ ਕਰਕੇ ਉਹ ਮੇਰੇ ਤੋਂ ਕੋਈ ਵੀ ਮਤਲਬ ਜੋ ਹੈ ਆਪਣਾ ਅਧਿਕਾਰ ਨਹੀਂ ਜਤਾ ਸਕਦਾ ਕਿ ਮੈਂ ਕੰਮ ਕਰਾਂ, ਠੀਕ ਹੈ। ਬਟ ਉਹਦੀ ਇਨਰ ਵੋਇਸ ਜੋ ਹੁੰਦੀ ਹੈ ਉਹ ਉਹਨੂੰ ਹੈਲਪ ਕਰਨ ਨੂੰ, ਇਟ ਮੀਨਸ ਕਿ ਉਹ ਜੋ ਹੈ ਪਰਮਾਤਮਾ ਦੇ ਦਿੱਤੇ ਹੋਏ ਟੈਲੈਂਟ ਨੂੰ ਯੂਜ਼ ਕਰਨ ਲਈ ਉਹਨੂੰ ਐਪਰੀਸ਼ੀਏਟ ਕਰਦੀ ਹੈ, ਠੀਕ ਹੈ। ਉਹ ਕਿਵੇਂ ਕਰਦੀ ਹੈ, ਉਹਦਾ ਜ਼ਮੀਰ ਉਹਨੂੰ ਕੀ ਆਵਾਜ਼ ਦਿੰਦਾ ਹੈ ਕਿ ਜੋ ਵੀ ਹੈ, ਕਿ ਪਰਮਾਤਮਾ ਦੀ ਜੇਕਰ ਤੁਸੀਂ ਸਰਵਿਸ ਕਰਦੇ ਹੋ, ਪਰਮਾਤਮਾ ਦੀ ਇਜਾਜ਼ਤ ਦੇ ਅਨੁਸਾਰ, ਉਹਨਾਂ ਦੇ ਬਹਾਨੇ ਦੇ ਅਨੁਸਾਰ ਜੇਕਰ ਤੁਸੀਂ ਚੱਲਦੇ ਹੋ ਅਤੇ ਤੁਸੀਂ ਇਟ ਮੀਨਸ ਕਿ ਤੁਸੀਂ ਉਹਨਾਂ ਦੀ ਹੀ ਸੇਵਾ ਕਰ ਰਹੇ ਹੋ। ਪਰਮਾਤਮਾ ਦੀ ਸਭ ਤੋਂ ਵੱਡੀ ਸੇਵਾ ਉਹੀ ਹੁੰਦੀ ਹੈ ਜਿਹਦੇ ਵਿੱਚ ਉਹਨੇ ਜਿਸ ਵੀ ਮਨੁੱਖ ਨੂੰ ਜਿੱਦਾਂ ਵੀ ਸਿਚੁਏਸ਼ਨ ਦੇ ਵਿੱਚ ਰੱਖਿਆ ਹੈ ਉਸੇ ਵਿੱਚ ਹੀ ਉਸਨੇ ਖੁਸ਼ ਰਹਿਣਾ ਹੈ ਅਤੇ ਸੈਟਿਸਫਾਈਡ ਰਹਿਣਾ ਹੈ। ਉਸੇ ਤਰ੍ਹਾਂ ਹੀ ਇਹ ਕਰਦਾ ਹੈ ਕਿ ਚਾਹੇ ਉਹ ਅੰਨਾ ਹੈ ਬਟ ਫਿਰ ਵੀ ਉਹ ਆਪਣੇ ਟੈਲੈਂਟ ਨੂੰ ਯੂਜ਼ ਕਰੇਗਾ
ਤੇ ਜੋ ਉਹ ਕਰਨਾ ਚਾਹੁੰਦਾ ਹੈ ਕਰੇਗਾ, ਉਹ ਵੀ ਬਿਨਾਂ ਕਿਸੇ ਬਹਾਨੇ ਦੇ ਮਤਲਬ ਇਟ ਮੀਨਸ ਕਿ ਬਿਨਾਂ ਕਿਸੇ ਨਾਂ ਦੇ ਕਿ ਮੈਂ ਇਹ ਕੰਮ ਨਹੀਂ ਕਰ ਸਕਦਾ। ਜਿੱਦਾਂ ਕਿ ਆਮ ਲੋਕੀ ਸਾਰੇ ਕੰਮ ਕਰ ਸਕਦੇ ਨੇ, ਉਵੇਂ ਹੀ ਇੱਕ ਅੰਨਾ ਵਿਅਕਤੀ ਵੀ ਪ੍ਰਤਿਭਾ ਹੋਣ ਦੇ ਬਾਵਜੂਦ ਵੀ ਸਾਰੇ ਕੰਮ ਕਰ ਸਕਦਾ ਹੈ। ਤਾਂ ਪਰਮਾਤਮਾ ਦਾ ਇੱਕ ਬਹੁਤ ਹੀ ਅੱਛਾ ਸਰਵੈਂਟ ਜੋ ਹੈ ਬਣ ਸਕਦਾ, ਈਵਨ ਕਿ ਸਾਨੂੰ ਪਰਮਾਤਮਾ ਸਾਡੇ ਤੋਂ ਕੁਛ ਵੀ ਨਹੀਂ ਚਾਹੁੰਦੇ। ਇਹ ਹੈ ਇਹਨਾਂ ਲਾਈਨਾਂ ਦਾ ਮੀਨਿੰਗ। ਉਸ ਤੋਂ ਬਾਅਦ his state is kingly thousand and his binding speed and poet o land and ocean without rest they also serve who only stand and wait। ਇਸ ਵਿੱਚ ਕਵੀ ਕਹਿੰਦਾ ਹੈ ਕਿ ਰੱਬ ਇੱਕ ਸੱਚੇ ਪਾਤਸ਼ਾਹ ਦੀ ਤਰ੍ਹਾਂ ਕੰਮ ਕਰਦਾ ਹੈ, ਕਿ ਪਰਮਾਤਮਾ ਦੇ ਮਤਲਬ ਉਹਨਾਂ ਦੇ ਆਦੇਸ਼ ਮੰਨਣ ਲਈ, ਪਰਮਾਤਮਾ ਦਾ ਆਦੇਸ਼ ਮੰਨਣ ਲਈ ਤੇ ਹਜ਼ਾਰੋਂ ਫਰਿਸ਼ਤੇ ਨੇ। ਕੁਝ ਜੋ ਉਹਨਾਂ ਦੇ ਫਰਿਸ਼ਤੇ ਨੇ, ਕੁਝ ਜੋ ਇਹਨਾਂ ਦੇ ਏਂਜਲਸ ਨੇ, ਉਹ ਦੂਰ ਨੇ ਤੇ ਕੁਛ ਲਾਗੇ ਨੇ। ਠੀਕ ਹੈ, ਕਿ ਜੇਕਰ ਕੋਈ ਦੂਰ ਵੀ ਹੈ ਤੇ ਉਹ ਅਗਰ ਉਹ ਖੜਾ ਹੋ ਕੇ ਹੀ, ਈਵਨ ਕਿ ਅਗਰ ਉਹ ਕੁਛ ਨਹੀਂ ਕਰਦਾ ਹੈ, ਉਹਨਾਂ ਦੇ ਭਲਾ ਨੂੰ, ਉਹਨਾਂ ਦੀ ਇਜਾਜ਼ਤ ਹੈ, ਉਸ ਸਿਚੁਏਸ਼ਨ ਵਿੱਚ ਰਹਿੰਦਾ, ਤੇ ਉਹ ਵੀ ਪਰਮਾਤਮਾ ਦਾ ਹੀ ਸੇਵਕ ਹੁੰਦਾ ਹੈ। ਠੀਕ ਹੈ, ਉਹ ਵੀ ਪਰਮਾਤਮਾ ਦਾ ਵਫਾਦਾਰ ਦੂਤ ਹੁੰਦਾ ਹੈ। ਠੀਕ ਹੈ, ਕਿ ਜਿਹੜੇ ਕੰਮ ਸਕਰੀਏ ਹੋ ਕੇ ਕੰਮ ਨਹੀਂ ਕਰ ਸਕਦੇ, ਸਕਰੀਏ ਮਤਲਬ ਕਿ ਜਿਹੜੇ ਲੋਕ ਆਮ ਗੱਲ ਕਰ ਸਕਦੇ, ਤੇ ਇੱਕ ਲੋਕ ਜਿਹੜੇ ਕਿ ਕੁਛ ਕਿਸੇ ਮਤਲਬ ਹੈਂਡੀਕੈਪਡ ਹੋਣ ਦੇ ਬਾਵਜੂਦ ਕਿ ਕੋਈ ਕੁਛ ਕੰਮ ਨਹੀਂ ਕਰ ਸਕਦੇ, ਜੇਕਰ ਉਹ ਉਹਨਾਂ ਦੇ ਵਿੱਚ ਸਮਰਪਣ ਆ, ਸੰਤੁਸ਼ਟੀ ਆ, ਪਰਮਾਤਮਾ ਦੇ ਪ੍ਰਤੀ ਪਿਆਰ ਆ, ਤੇ ਉਹ ਵੀ ਕਿ ਪਰਮਾਤਮਾ ਦੇ ਦੂਤ ਹੀ ਕਹਾਉਂਦੇ ਨੇ। ਠੀਕ ਹੈ, ਕਿ ਕਿਸੇ ਵੀ ਬੰਦੇ ਨੂੰ ਬਾਰ ਬਾਰ ਇੱਦਾਂ ਮਤਲਬ ਨਹੀਂ ਕਹਿਣਾ ਚਾਹੀਦਾ ਕਿ ਮੈਂ ਕੁਛ ਨਹੀਂ ਕਰ ਸਕਦਾ, ਪਰਮਾਤਮਾ ਨੇ ਇੱਦਾਂ ਮੈਨੂੰ ਬਣਾਇਆ ਹੋਇਆ ਵਾ, ਮਤਲਬ ਕਿ ਆਰਗਿਊ ਕਰਦੇ ਨੇ, ਉਹਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ। ਜਿੱਦਾਂ ਕਿ ਆਪਾਂ ਪੋਇਟ ਦੀ ਥਿੰਕਿੰਗ ਨੂੰ ਚੰਗੀ ਤਰ੍ਹਾਂ ਪੜ੍ਹ ਲਿਆ ਵਾ ਕਿ ਕਿਵੇਂ ਉਹ ਥਿੰਕਿੰਗ ਕਰਦਾ ਹੈ ਤੇ ਕਿਵੇਂ ਉਸਨੂੰ ਉਹਦਾ ਇਨਰ ਆਨਸਰ ਵੀ ਮਿਲ ਜਾਂਦਾ ਹੈ। ਠੀਕ ਹੈ, ਕਿ ਸਾਨੂੰ ਜੋ ਹੈ ਕਿਸੇ ਵੀ ਮੇਨ ਇਸ ਦਾ ਐਂਡ ਇਹੀ ਹੈ ਕਿ ਸਾਨੂੰ ਵੀ ਬਿਨਾਂ ਸਵਾਲ ਕੀਤੇ ਹੋਏ ਪਰਮਾਤਮਾ ਦੇ ਬਾਣੀ ਨੂੰ ਮੰਨ ਲੈਣਾ ਚਾਹੀਦਾ ਤੇ ਆਪਣੀ ਇੱਛਾ ਅਨੁਸਾਰ ਆਪਣੇ ਆਪ ਨੂੰ ਸਮਰਪਣ ਦੇ ਭਾਵ ਵਿੱਚ ਰੱਖਣਾ ਚਾਹੀਦਾ ਹੈ, ਉਸ ਵਿੱਚ ਸਿੱਖ ਲੈਣਾ ਚਾਹੀਦਾ ਹੈ। ਸੋ ਇਹ ਸਾਰੀ ਪੋਇਮ। ਉਸ ਤੋਂ ਬਾਅਦ ਇਹਦੇ ਡਿਫੀਕਲਟ ਵਰਡ ਨੇ, ਸਾਰੇ ਡਿਫੀਕਲਟ ਵਰਡਸ ਆ ਗਏ। ਉਸ ਤੋਂ ਬਾਅਦ ਇਹਦੀ ਸਾਰੀ ਐਕਸਰਸਾਈਜ਼ ਨੇ, ਤੁਸੀਂ ਟੈਕਸਟ ਬੁੱਕ ਵਿੱਚ ਵੀ ਇਹਨੂੰ ਜ਼ਰੂਰ ਸੋਲਵ ਕਰ ਸਕਦੇ ਹੋ। ਐਂਡ ਇਹ ਸਾਰਾ ਮੈਪ ਹੈ ਕਿ ਤੁਸੀਂ ਸੈਂਟਰਲ ਆਈਡੀਆ ਵਿੱਚ ਕੀ ਯਾਦ ਰੱਖਣਾ ਹੈ। ਸੋ ਇਹ ਸਾਰੀ ਐਕਸਰਸਾਈਜ਼ ਦੇ ਆਨਸਰਸ ਵੀ ਨੇ, ਤੁਸੀਂ ਇਹਨੂੰ ਜੋ ਹੈ ਪੰਜਾਬ ਐਜੂਕੇਟ ਐਪ 'ਤੇ ਸੋਲਵ ਜ਼ਰੂਰ ਕਰ ਸਕਦੇ ਹੋ, ਈਵਨ ਕਿ ਆਪਣੀ ਕਾਪੀਜ਼ 'ਤੇ ਨੋਟ ਵੀ ਕਰ ਸਕਦੇ ਹੋ। ਜੇਕਰ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਈ ਤਾਂ ਲਾਈਕ ਜ਼ਰੂਰ ਕਰ ਦੀजिएगा। ਐਂਡ ਥੈਂਕਸ ਫॉर वाचिंग। बाय बाय एंड टेक केयर।